विद्यार्थियों सारिਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਬੇਟੇ ਲਾਸਟ ਟਾਈਮ ਆਪਾਂ ਕੀ ਕੀਤਾ ਟੂ ਡਰਾਈਵ ਦੀ ਨਿਊ ਰਿਲੇਸ਼ਨਸ ਬਾਈ ਯੂਜ਼ਿੰਗ ਦੀ ਡਾਇਮੈਂਸ਼ਨਲ ਐਨਾਲਿਸਿਸ। ਠੀਕ ਹੈ ਜੀ, ਉਮੀਦ ਕਰਦਾ ਹਾਂ ਜਿਹੜਾ ਲਾਸਟ ਟਾਈਮ ਆਪਾਂ ਕੰਮ ਕੀਤਾ ਤੁਹਾਨੂੰ ਸਮਝ ਆ ਗਿਆ ਹੋਊਗਾ। ਠੀਕ ਹੈ ਜੀ, ਹਾਂਜੀ ਬੇਟੇ ਪਲੀਜ਼ ਜਿਹੜਾ ਇਹ ਚੈਨਲ ਹੈ ਬੇਟੇ ਇਹਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਜਿਹੜੀਆਂ ਨਿਊ ਵੀਡੀਓਜ਼ ਜਦੋਂ ਵੀ ਪਾਈਆਂ ਜਾਂਦੀਆਂ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਤਾਂ ਈਜ਼ੀਲੀ ਤੁਹਾਡੇ ਤੱਕ ਪਹੁੰਚ ਸਕਣ। ਠੀਕ ਹੈ ਜੀ, ਸੋ ਜਿਹੜਾ ਅੱਜ ਦਾ ਆਪਣਾ ਟੌਪਿਕ ਹੈ ਬੇਟੇ ਉਹ ਆਪਣੇ ਕੋਲ ਹੈਗਾ ਸਿਗਨੀਫੀਕੈਂਟ ਫਿਗਰਸ। ਸਿਗਨੀਫੀਕੈਂਟ ਫਿਗਰਸ ਸਿਗਨੀਫੀਕੈਂਟ ਦਾ ਮਤਲਬ ਕੀ ਹੁੰਦਾ ਬੇਟੇ? ਹਾਂਜੀ, ਸਿਗਨੀਫੀਕੈਂਟ ਦਾ ਮਤਲਬ ਕੀ ਹੁੰਦਾ? ਇੰਪੋਰਟੈਂਟ। ਠੀਕ ਹੈ ਜੀ, ਸਿਗਨੀਫੀਕੈਂਟ ਦਾ ਮਤਲਬ ਹੈ ਇੰਪੋਰਟੈਂਟ। ਠੀਕ ਹੈ ਜੀ, ਫਿਗਰਸ ਦਾ ਇੱਥੇ ਮਤਲਬ ਹੈ ਨੰਬਰ। ਕੋਈ ਵੀ ਨੰਬਰ ਹੈ ਜਾਂ ਨੂਮੈਰੀਕਲ ਵੈਲਿਊ ਹੈ ਜਿਹੜੀ। ਠੀਕ ਹੈ, ਜਾਂ ਆਪਾਂ ਕਹਿ ਸਕਦੇ ਹਾਂ ਨੂਮੈਰੀਕਲ ਵੈਲਿਊ। ਠੀਕ ਹੈ ਜੀ, ਸੋ ਡੈਫੀਨੇਸ਼ਨ ਆਪਣੇ ਕੋਲ ਕੀ ਬਣਦੀ ਹੈ ਬੇਟੇ ਵੀ ਸਿਗਨੀਫੀਕੈਂਟ ਫਿਗਰਸ ਕਿਹੜੀਆਂ ਫਿਗਰਸ ਹੈ? ਉਹ ਵਾਲੀਆਂ ਫਿਗਰਸ ਜਿਹੜੀਆਂ ਕਿਸੇ ਕੈਲਕੂਲੇਸ਼ਨ ਦੇ ਵਿੱਚ ਸਾਡੇ ਵਾਸਤੇ ਇੰਪੋਰਟੈਂਟ ਹੈ ਜਾਂ ਇਹ ਕਹਿ ਲਓ ਜਿਹੜੀਆਂ ਸਾਨੂੰ ਐਕੂਰੇਟਲੀ ਨੋਨ ਹੈ। ਠੀਕ ਹੈ ਜੀ, ਆਰ ਕਾਲਡ ਸਿਗਨੀਫੀਕੈਂਟ ਫਿਗਰਸ। ਸੋ ਆਪਾਂ ਕਹਿ ਸਕਦੇ ਹਾਂ ਵਾਟ ਆਰ ਸਿਗਨੀਫੀਕੈਂਟ ਫਿਗਰਸ। ਆਪਾਂ ਕਹਿ ਸਕਦੇ ਹਾਂ these are the figures which are important for us during a calculation। ਕਹਿਣ ਦਾ ਮਤਲਬ ਜਿਹਨੂੰ ਅਸੀਂ ਛੱਡ ਨਹੀਂ ਸਕਦੇ, ਜਿਹੜੀ ਸਾਡੇ ਵਾਸਤੇ ਇੰਪੋਰਟੈਂਟ ਹੈ। ਜਾਂ ਆਪਾਂ ਕਹਿ ਸਕਦੇ ਹਾਂ ਦੀ ਫਿਗਰਸ which are accurately known to us। accurately known to us, known to us in a calculation। ਠੀਕ ਹੈ ਬੇਟੇ, ਉਹ ਵਾਲੀਆਂ ਫਿਗਰਸ ਜਿਹੜੀਆਂ ਸਾਡੇ ਵਾਸਤੇ ਮਹੱਤਵ ਰੱਖਦੀਆਂ, ਸਾਡੇ ਵਾਸਤੇ ਇੰਪੋਰਟੈਂਟ ਹੈ, ਉਹਨਾਂ ਨੂੰ ਆਪਾਂ ਕੀ ਕਹਾਂਗੇ? ਸਿਗਨੀਫੀਕੈਂਟ ਫਿਗਰਸ। ਠੀਕ ਹੈ, ਜਿਹਦਾ ਮਤਲਬ ਜਿਹੜੀਆਂ ਇੰਪੋਰਟੈਂਟ ਹੈ ਸਾਡੇ ਵਾਸਤੇ ਡਿਊਰਿੰਗ ਅ ਕੈਲਕੂਲੇਸ਼ਨ, ਜਾਂ ਆਪਾਂ ਕਹੀਏ ਜਿਹੜੀਆਂ ਸਾਡੇ ਕੋਲ ਕੀ ਐਕੂਰੇਟਲੀ ਨੋਨ ਹੈ, ਉਹਨਾਂ ਨੂੰ ਆਪਾਂ ਕੀ ਕਹਿੰਦੇ ਆ? ਸਿਗਨੀਫੀਕੈਂਟ ਫਿਗਰਸ। ਠੀਕ ਹੈ ਜੀ, ਉਮੀਦ ਕਰਦਾ ਹਾਂ ਡੈਫੀਨੇਸ਼ਨ ਹੈ ਜਿਹੜੀ ਤੁਹਾਨੂੰ ਕਲੀਅਰ ਹੋ ਗਈ ਹੋਊਗੀ। ਜੇ ਮੰਨ ਲਓ ਆਪਾਂ ਐਗਜ਼ਾਮਪਲ ਲੈ ਕੇ ਉਹਨੂੰ ਥੋੜ੍ਹਾ ਜਿਹਾ ਹੋਰ ਐਲੈਬੋਰੇਟ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਲਓ ਬੇਟੇ ਆਪਾਂ ਐਗਜ਼ਾਮਪਲ ਲਈ ਆਪਣੇ ਕੋਲੇ ਤੁਹਾਡੇ ਜਿਓਮੈਟਰੀ ਬਾਕਸ ਦੇ ਵਿੱਚ ਸਕੇਲ ਹੁੰਦਾ ਜੀ। ਠੀਕ ਹੈ ਜੀ, ਮੰਨ ਲਓ ਆਪਣੇ ਕੋਲ ਇੱਕ ਲਾਈਨ ਹੈ, ਦਿਸ ਇਜ਼ ਦੀ ਲਾਈਨ ਵਿਚ ਵੀ ਵਾਂਟ ਟੂ ਮੈਜ਼ਰ। AB is the line which we want to measure with the scale। ਠੀਕ ਹੈ ਜੀ, ਸਕੇਲ ਦੀ ਹੈਲਪ ਦੇ ਨਾਲ ਜਦੋਂ ਅਸੀਂ ਇਹਨੂੰ ਕੈਲਕੂਲੇਟ ਕਰਾਂਗੇ ਤਾਂ ਆਪਣੇ ਕੋਲ ਮੰਨ ਲਓ ਵੈਲਿਊ ਆਈ ਹੈ 7.2 ਸੈਂਟੀਮੀਟਰ। ਠੀਕ ਹੈ ਜੀ, ਜਾਂ ਆਪਾਂ ਇਹ ਕਹੀਏ 7.21 ਸੈਂਟੀਮੀਟਰ। ਠੀਕ ਹੈ ਜੀ, ਹੁਣ ਆਪਾਂ ਇਹ ਦੇਖਣਾ ਵੀ ਇਹ ਵੈਲਿਊ ਐਕੂਰੇਟਲੀ ਨੋਨ ਹੋਊਗੀ ਕਿ ਇਹ ਵੈਲਿਊ ਐਕੂਰੇਟਲੀ ਨੋਨ ਹੋਊਗੀ। ਦੇਖੋ ਬੇਟੇ ਇੱਕ ਸਕੇਲ ਦੇ ਵਿੱਚ ਆਪਣੇ ਕੋਲ ਕੀ ਹੁੰਦਾ ਹੈ, ਇਸ ਤਰ੍ਹਾਂ ਨਾਲ ਪੁਆਇੰਟ ਹੈ ਜਿਹੜੇ ਆਪਣੇ ਕੋਲੇ ਡਿਵਾਈਡ ਕੀਤੇ ਹੁੰਦੇ ਆ। ਮੰਨ ਲਓ ਇਹ 1 ਹੈ, 10 ਡਿਵੀਜ਼ਨਸ ਆਪਣੇ ਕੋਲ ਵਿੱਚ ਹੁੰਦੀਆਂ। ਠੀਕ ਹੈ ਜੀ, ਜਦੋਂ ਵੀ ਆਪਣੇ ਕੋਲੇ ਆਪਾਂ ਕੋਈ ਕੈਲਕੂਲੇਸ਼ਨ ਕਰਦੇ ਹਾਂ ਤਾਂ ਉਹ ਕੈਲਕੂਲੇਸ਼ਨ ਦੇ ਵਿੱਚ ਆਪਣੇ ਕੋਲ ਕੀ ਹੈ 1 ਡੈਸੀਮਲ ਪੁਆਇੰਟ ਤੱਕ ਹੀ ਜਿਹੜੀ ਵੈਲਿਊ ਆ ਸਕਦੀ ਹੈ ਐਕੂਰੇਟਲੀ। ਇਹਦਾ ਮਤਲਬ ਜਿਹੜਾ ਆਹ 1 ਹੈ ਇਹ ਸਾਨੂੰ ਐਕੂਰੇਟਲੀ ਨੋਨ ਨਹੀਂ ਹੈਗਾ, ਇਹ ਸਾਨੂੰ ਐਕੂਰੇਟਲੀ ਨੋਨ ਨਹੀਂ ਹੈਗਾ। ਇਸ ਕਰਕੇ ਜਿਹੜਾ ਸਾਡੇ ਲਈ ਐਕੂਰੇਟਲੀ ਨੋਨ ਨਹੀਂ ਹੈਗਾ, ਸਾਡੇ ਵਾਸਤੇ ਸਿਗਨੀਫੀਕੈਂਟ ਨਹੀਂ ਹੈਗਾ,
इसलिए इस केस दे विच अपने कोल रीडिंग आई 7.2 सेंटीमीटर। इहदा मतलब साडे कोल किन्ने डिजिट है? 2। सो सिग्नीफिकेंट फिगर्स अपने कोल किन्नियां हो गई बेटे? 2। क्लीयर होया कि नहीं होया बेटे? ठीक है जी। हुण सिग्नीफिकेंट फिगर्स दा रिलेशन अपने कोले एक्यूरेसी नाल की है? देखो बेटे, सिग्नीफिकेंट फिगर्स वर्सेस एक्यूरेसी। ठीक है जी। ਜਿਹੜੀਆਂ ਫਿਗਰਸ ਸਾਡੇ ਵਾਸਤੇ ਐਕੂਰੇਟ ਨਹੀਂ ਹੈਗੀਆਂ, ਜਿਹਨੂੰ ਅਸੀਂ ਐਕੂਰੇਟਲੀ ਨਹੀਂ ਮੈਜਰ ਕਰ ਸਕਦੇ, ਉਹ ਸਾਡੇ ਲਈ ਸਿਗਨੀਫੀਕੈਂਟ ਵੀ ਨਹੀਂ ਹੈਗੀਆਂ। ਇਹ ਪੁਆਇੰਟ ਆਪਣੇ ਕੋਲ ਕਲੀਅਰ ਹੋ ਗਿਆ ਕਿ ਨਹੀਂ ਹੋ ਗਿਆ ਬੇਟੇ? ਐਕੂਰੇਸੀ ਦਾ ਮਤਲਬ ਕੀ ਹੁੰਦਾ ਹੈ? ਜਿਹੜੀਆਂ ਸਾਨੂੰ ਨੋਨ ਹੈ, ਐਗਜ਼ੈਕਟਲੀ ਸਾਨੂੰ ਨੋਨ ਹੈ, ਉਹ ਸਾਡੇ ਲਈ ਇੰਪੋਰਟੈਂਟ ਹੈ। ਜਿਹੜੀਆਂ ਐਗਜ਼ੈਕਟਲੀ ਨੋਨ ਨਹੀਂ ਹੈਗੀਆਂ, ਉਹ ਸਾਡੇ ਲਈ ਸਿਗਨੀਫੀਕੈਂਟ ਨਹੀਂ ਹੈਗੀਆਂ। ਠੀਕ ਹੈ ਜੀ। ਲਓ ਜੀ ਬੇਟੇ, ਹੁਣ ਇੱਕ ਟਰਮ ਆਪਾਂ ਕਰਦੇ ਹਾਂ, ਲੀਸਟ ਕਾਊਂਟ। लीस्ट काउंट ऑफ अ डिवाइस। ठीक है जी, लीस्ट काउंट ऑफ ए डिवाइस। डिवाइस का मतलब यंत्र कैलकुलेशन करने के लिए जो असी यूज कर रहे हैं। ठीक है जी। लीस्ट का मतलब की होंगे? घट तो घट, स्मॉलेस्ट। लीस्ट का मतलब अपने को की है बेटे? स्मॉलेस्ट। काउंट का मतलब जी रीडिंग लै सकते। सो वट इज़ लीस्ट काउंट ऑफ ए डिवाइस? किसी डिवाइस का लीस्ट काउंट की है? द मिनिमम वैल्यू विच कैन बी मैजर्ड बाय दैट डिवाइस इज नोन एज द लीस्ट काउंट ऑफ दैट डिवाइस। वो छोटी तो छोटी वैल्यू, ठीक है जी, जिहड़ी कोई डिवाइस है जिहड़ा वो मैजर कर सकता है, उस वैल्यू नूं उस डिवाइस का की कहा जाता है? लीस्ट काउंट। ठीक है जी। सो आपां की कह सकते हैं? It is the minimum value। ठीक है जी। which can be measured, which can be measured accurately by a device। ठीक है जी। is called least count of that device। जिवें आपां एग्जांपल लई सी स्केल दी। ठीक है जी। तो आपां स्केल जे असीं स्केल जे आपां बनाउणे आ इस तरह नाल, ਤਾਂ ਸਕੇਲ ਦਾ ਛੋਟੇ ਤੋਂ ਛੋਟਾ ਵੈਲਿਊ ਜਿਹੜੀ ਆਪਣੇ ਕੋਲ ਮੈਜਰ ਕੀਤੀ ਜਾ ਸਕਦੀ ਹੈ, ਉਹ ਆ ਸਿੰਗਲ ਲਾਈਨ ਹੈ। ਕਿਉਂਕਿ ਇਹਦੇ ਵਿੱਚ ਆਪਣੇ ਕੋਲ 1 2 3 4 ਇਸ ਤਰ੍ਹਾਂ ਨਾਲ 10 ਤੱਕ ਬਣੀ ਹੁੰਦੀ, ਉਹਨੂੰ ਆਪਾਂ 1 ਸੈਂਟੀਮੀਟਰ ਕਹਿੰਦੇ ਹਾਂ। ਠੀਕ ਹੈ ਜੀ। ਇਹਦਾ ਮਤਲਬ ਇਸ ਲਾਈਨ ਦੀ ਵੈਲਿਊ ਕੀ ਹੈ? ਜਿਹੜੀ ਸਿੰਗਲ ਆ ਲਾਈਨ ਹੈ, ਜਿਹੜੀ ਵੈਲਿਊ ਮੈਜਰ ਕੀਤੀ ਜਾ ਸਕਦੀ ਹੈ। ਠੀਕ ਹੈ ਜੀ। 10 ਲਾਈਨਸ ਆਪਣੇ ਕੋਲੇ ਕਹਿੰਦੇ ਬਰਾਬਰ ਹੈ 1 ਸੈਂਟੀਮੀਟਰ ਦੇ। 10 ਸਮਾਲ ਲਾਈਨਸ ਆਪਣੇ ਕੋਲ ਕਹਿੰਦੇ ਬਰਾਬਰ ਹੈ ਬੇਟੇ 1 सेंटीमीटर। तो 1 स्मॉल लाइन कहते बराबर होगी बेटे 1/10 सेंटीमीटर। ठीक है जी। इहदा मतलब 0.1 सेंटीमीटर जिहड़ा तुहाडा स्केल है। ठीक है जी। इहदा मतलब उहदा लीस्ट काउंट कितना है? 0.1 सेंटीमीटर। इहदा मतलब छोटी तो छोटी वैल्यू जिहड़ी वो मैजर कर सकदा वो कितनी है? 1 सेंटीमीटर का 10वां हिस्सा। 1 सेंटीमीटर का 10वां हिस्सा। क्लीयर होया कि नहीं होया बेटे? ठीक है जी। इहदा मतलब साडे कोल की होया भी जो कोई भी डिवाइस है जिन्ना उनका लीस्ट काउंट स्मॉल होएगा उन्नी उनकी एक्यूरेसी की होएगी? ज़्यादा होएगी। ठीक है जी। मान लो अपने कोल कोई डिवाइस है, मान लो उनकी वैल्यू आ है। ठीक है जी। मैजर करने की स्मॉलेस्ट वैल्यू। एक होर डिवाइस है उनकी वैल्यू अपने कोल आ। ठीक है जी। एक होर डिवाइस है उनकी वैल्यू मान लो अपने को आ। सो विच वन इज मोर एक्यूरेट? देखो बेटे जो पहला डिवाइस है ये 1 सेंटीमीटर का 100वां हिस्सा है जो मैजर कर सकता है।
ਜੇ ਆਪਾਂ ਇਹਨੂੰ ਡੈਸੀਮਲ ਪੁਆਇੰਟ ਨੂੰ ਹਟਾ ਦਈਏ ਤਾਂ 1/100। ਠੀਕ ਹੈ ਜੀ। ਜਿਹੜਾ ਇਹ ਵਾਲਾ ਡਿਵਾਈਸ ਹੈ, ਠੀਕ ਹੈ ਜੀ, ਇਹ ਆਪਣੇ ਕੋਲ ਕੀ ਹੈ 1/10,000, 1 2 3 4, 1/10,000 ਆਫ ਏ ਸੈਂਟੀਮੀਟਰ। ਕਹਿਣ ਦਾ ਮਤਲਬ ਇਹ 1 ਸੈਂਟੀਮੀਟਰ ਦਾ 10,000ਵਾਂ ਹਿੱਸਾ ਹੈ ਜਿਹੜਾ ਉਹ ਕੈਲਕੂਲੇਟ ਕਰ ਸਕਦਾ। ਇੱਧਰ ਆਪਣੇ ਕੋਲ ਕਿੰਨੀਆਂ ਫਿਗਰਸ ਹੈ 1 2 3 4 5, 1/1 ਲੱਖ। ਠੀਕ ਹੈ ਜੀ। ਆਪਾਂ ਪਹਿਲੇ ਨੂੰ ਕਹਿਤਾ ਡਿਵਾਈਸ A, ਇਹਨੂੰ ਆਪਾਂ ਕਿਹਾ ਡਿਵਾਈਸ B, ਥਰਡ ਨੂੰ ਆਪਾਂ ਕਿਹਾ ਡਿਵਾਈਸ C। ਸੋ ਵਿਚ ਵਨ ਇਜ਼ ਮੋਰ ਐਕੂਰੇਟ, ਕਿਹੜਾ ਜ਼ਿਆਦਾ ਐਕੂਰੇਟ ਹੈ। ਦੇਖੋ ਬੇਟੇ ਇਹ 1 ਸੈਂਟੀਮੀਟਰ ਦਾ 100ਵਾਂ ਹਿੱਸਾ, ਠੀਕ ਹੈ। 1 ਸੈਂਟੀਮੀਟਰ ਦੇਖੋ ਆਪਣੇ ਕੋਲ ਆ, ਮੰਨ ਲਓ ਆ 1 ਸੈਂਟੀਮੀਟਰ ਹੈ, ਠੀਕ ਹੈ ਜੀ। 1 ਸੈਂਟੀਮੀਟਰ ਦੇ 100 ਛੋਟੇ ਛੋਟੇ ਹਿੱਸੇ ਕਰੀਏ, 1 ਸੈਂਟੀਮੀਟਰ ਦੇ 10,000 ਛੋਟੇ ਛੋਟੇ ਹਿੱਸੇ ਕਰੀਏ, ਜਾਂ 1 ਸੈਂਟੀਮੀਟਰ ਦੇ ਲੱਖ ਛੋਟੇ ਛੋਟੇ ਹਿੱਸੇ ਕਰੀਏ, ਤਾਂ ਸਭ ਤੋਂ ਛੋਟਾ ਹਿੱਸਾ ਕਿਹੜਾ ਆਊਗਾ। ਹਾਂਜੀ ਬੇਟੇ ਬਿਲਕੁਲ ਸਹੀ, ਸ਼ਾਬਾਸ਼। ਇਸ ਕੇਸ ਦੇ ਵਿੱਚ ਜਿਹੜੀ ਵੈਲਿਊ ਆਊਗੀ ਆਪਣੇ ਕੋਲ ਕਿੰਨੀ ਆਊਗੀ, ਸਮੋਲੈਸਟ ਆਊਗੀ। ਕਹਿਣ ਦਾ ਮਤਲਬ ਸੈਂਟੀਮੀਟਰ ਦਾ 1 ਲੱਖਵਾਂ ਹਿੱਸਾ। ਸੋ ਇਹਦਾ ਮਤਲਬ ਇਹ ਜਿਹੜਾ ਵੀ ਡਿਵਾਈਸ ਹੈ ਇਹਦੀ ਐਕੂਰੇਸੀ ਇਹਨਾਂ ਦੋਵਾਂ ਨਾਲੋਂ ਆਪਣੇ ਕੋਲ ਕੀ ਹੈ, ਜ਼ਿਆਦਾ ਹੈ। ਕਿਉਂ ਜ਼ਿਆਦਾ, ਕਿਉਂਕਿ ਇਹਦਾ ਲੀਸਟ ਕਾਊਂਟ ਕੀ ਹੈ, ਘੱਟ। ਸੋ ਆਪਾਂ ਨੂੰ ਕੀ ਪਤਾ ਲੱਗਿਆ ਇੱਥੋਂ, ਸਾਡਾ ਕਨਕਲੂਜਨ ਕੀ ਨਿਕਲਿਆ ਬੇਟੇ, ਠੀਕ ਹੈ ਜੀ, ਜਿੰਨਾ ਲੀਸਟ ਕਾਊਂਟ ਛੋਟਾ ਹੋਊਗਾ, ਕਹਿਣ ਦਾ ਮਤਲਬ smaller will be the value of least count, more will be the accuracy, more will be the accuracy of that device। ਉਮੀਦ ਕਰਦਾ ਬੇਟੇ ਤੁਹਾਨੂੰ ਪੁਆਇੰਟ ਕਲੀਅਰ ਹੋ ਗਿਆ ਹੋਊਗਾ। ਠੀਕ ਹੈ ਜੀ। ਸੋ ਇੱਥੋਂ ਤੱਕ ਹੈ ਜਿਹੜਾ ਅਸੀਂ ਉਹ ਪ੍ਰੋਪਰਲੀ ਹੈ ਜਿਹੜਾ ਸਿਗਨੀਫੀਕੈਂਟ ਫਿਗਰ ਕੀ ਹੈ, ਉਹਦੀ ਡੈਫੀਨੇਸ਼ਨ ਆਪਣੇ ਕੋਲ ਕੀ ਹੈ, ਐਕੂਰੇਸੀ ਕੀ ਚੀਜ਼ ਹੁੰਦੀ ਹੈ, ਠੀਕ ਹੈ ਜੀ, ਲੀਸਟ ਕਾਊਂਟ ਕਿਸੇ ਡਿਵਾਈਸ ਦਾ ਕੀ ਹੈ, ਉਹਦਾ ਆਪਣੇ ਕੋਲੇ ਸਿਗਨੀਫੀਕੈਂਟ ਫਿਗਰ ਨਾਲ ਕੀ ਸੰਬੰਧ ਹੈ। ਇਹਦਾ ਮਤਲਬ ਜਿੰਨੀਆਂ ਸਿਗਨੀਫੀਕੈਂਟ ਫਿਗਰਸ ਜ਼ਿਆਦਾ ਹੋਣਗੀਆਂ ਉਹਨਾਂ ਆਪਣੇ ਕੋਲੇ ਕੀ ਹੋਊਗਾ, ਐਕੂਰੇਸੀ ਕੀ ਹੋਊਗੀ, ਜ਼ਿਆਦਾ ਹੋਊਗੀ। ਉਹਨਾਂ ਲੀਸਟ ਕਾਊਂਟ ਵੀ ਆਪਣੇ ਕੋਲ ਜਿੰਨਾ ਡਿਵਾਈਸ ਦਾ ਕਿਸੇ ਦਾ ਛੋਟਾ ਹੋਊਗਾ ਉਨੀ ਵੀ ਆਪਣੇ ਕੋਲ ਕੀ ਹੋਊਗੀ, ਐਕੂਰੇਸੀ ਮੋਰ ਹੋਊਗੀ। ਠੀਕ ਹੈ ਜੀ। ਹੁਣ ਆਪਣੇ ਕੋਲ ਕੀ ਹੈ ਬੇਟੇ, ਕੁਝ ਰੂਲਸ ਸਿਗਨੀਫੀਕੈਂਟ ਫਿਗਰ ਦੇ, ਰੂਲਸ ਫॉर ਮੈਜ਼ਰਿੰਗ ਸਿਗਨੀਫੀਕੈਂਟ ਫਿਗਰਸ। ਠੀਕ ਹੈ ਜੀ। ਸਿਗਨੀਫੀਕੈਂਟ ਫਿਗਰ ਨੂੰ ਮੈਜ਼ਰ ਕਰਨ ਦੇ ਲਈ ਸਾਡੇ ਕੋਲ ਕੀ ਹੈ, ਕੁਝ ਨਿਯਮ। ਠੀਕ ਹੈ ਜੀ। ਫਸਟ ਆਪਣੇ ਕੋਲ ਕੀ ਕਹਿੰਦਾ ਹੈ, ਫਸਟ ਆਪਣੇ ਕੋਲ ਕੀ ਕਹਿੰਦਾ ਹੈ, all non-zero digits of a calculation are significant, are significant। ठीक है जी। पता लग गया कि ਕਹਿੰਦਾ ਕੋਈ ਵੀ ਆਪਣੇ ਕੋਲੇ ਕੀ ਹੈ ਫਿਗਰ ਹੈ, ਜਿਵੇਂ ਮੰਨ ਲਓ ਆਪਣੇ ਕੋਲ ਹੈ 3257, ਠੀਕ ਹੈ ਜੀ। ਇਹ ਸਾਰੇ ਡਿਜਿਟ ਕੀ ਹੈ, ਨਾਨ ਜ਼ੀਰੋ, ਜਿਹੜੇ ਜ਼ੀਰੋ ਨਹੀਂ ਹੋਗੇ। ਤੇ ਰੂਲ ਕੀ ਕਹਿੰਦਾ, ਆਲ ਨਾਨ ਜ਼ੀਰੋ ਡਿਜਿਟਸ ਆਫ ਏ ਕੈਲਕੂਲੇਸ਼ਨ ਆਰ ਸਿਗਨੀਫੀਕੈਂਟ। ਇਹਦਾ ਮਤਲਬ ਇੱਥੇ ਸਿਗਨੀਫੀਕੈਂਟ ਫਿਗਰਸ ਕਿੰਨੀਆਂ ਹੋ ਗਈਆਂ, 4। ਸਿਗਨੀਫੀਕੈਂਟ ਫਿਗਰਸ ਕਿੰਨੀਆਂ ਹੋ ਗਈਆਂ ਬੇਟੇ ਆਪਣੇ ਕੋਲੇ, 4, 1 2 3 4। ठीक है जी। ऑल दी नॉन जीरो डिजिट्स आर सिग्निफिकेंट। ठीक है जी। ऑल दी नॉन जीरो डिजिट्स आर सिग्निफिकेंट। ठीक है जी। सेकंड रूल देखो, कहता ऑल दी जीरोस, ऑल दी जीरोस occurring between two non-zero digits are significant, are significant। मान लो 101, देखो बेटे ये नॉन जीरो डिजिट है, ये भी नॉन जीरो डिजिट है, बट विच अपने कोल की है जीरो। ये नियम अपने कोल की कहता भी दो नॉन जीरो डिजिट दे विच जेकर अपने कोले एक जीरो डिजिट भी आ गया
ਤਾਂ ਉਹ ਆਪਣੇ ਵਾਸਤੇ ਕੀ ਬਣ ਜਾਊਗਾ ਸਿਗਨੀਫੀਕੈਂਟ। ਇਹਦਾ ਮਤਲਬ ਇੱਥੇ ਸਿਗਨੀਫੀਕੈਂਟ ਫਿਗਰਸ ਆਪਣੇ ਕੋਲ ਕਿੰਨੀ ਹੈ 3। ਇਸ ਨੂੰ ਆਪਾਂ ਲਿਖ ਸਕਦੇ ਹਾਂ 3003। ਇੱਥੇ ਸਿਗਨੀਫੀਕੈਂਟ ਫਿਗਰਸ ਕਿੰਨੀ ਹੈ 1 2 3 4। ਇਹਦਾ ਮਤਲਬ ਕੀ ਹੈ ਵੈਸੇ 0 ਆਪਣੇ ਕੋਲ ਸਿਗਨੀਫੀਕੈਂਟ ਨਹੀਂ ਹੈ, ਬਟ ਜੇਕਰ ਉਹ 0 ਹੈ ਆਪਣੇ ਕੋਲ ਕਿੱਥੇ ਆ ਗਈ 2 ਨॉन जीरो डिजिट ਦੇ ਵਿੱਚ ਆ ਗਈ ਤਾਂ ਆਪਣੇ ਵਾਸਤੇ ਕੀ ਬਣ ਜਾਣੀ ਬੇਟੇ ਉਹ ਆਪਣੇ ਵਾਸਤੇ ਸਿਗਨੀਫੀਕੈਂਟ ਹੈ ਜਿਹੜੀ ਉਹ ਬਣ ਜਾਣੀ। ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ ਜੀ? ਠੀਕ ਹੈ ਜੀ। ਨੈਕਸਟ ਰੂਲ ਦੇਖੋ ਥਰਡ ਰੂਲ। ਥਰਡ ਰੂਲ ਕੀ ਕਹਿੰਦਾ ਹੈ ਵੀ ਕਿਸੇ ਡੈਸੀਮਲ ਪੁਆਇੰਟ ਦੇ ਪਹਿਲਾਂ ਆਪਾਂ ਇਹਨੂੰ ਲਿਖੀਏ ਫਿਰ ਇਹਨੂੰ ਮਤਲਬ ਰਿਪਰੈਜ਼ੈਂਟ ਕਰੀਏ। ਮੰਨ ਲਓ ਆਪਣੇ ਕੋਲ ਆ 0.005 0.005। ਇਹਦਾ ਮਤਲਬ ਡੈਸੀਮਲ ਪੁਆਇੰਟ ਦੇ ਇਧਰਲੀ ਸਾਈਡ ਆਪਣੇ ਕੋਲ ਕੀ ਹੋਗੀ ਬੇਟੇ ਡੈਸੀਮਲ ਤੇ ਸਪੋਜ਼ ਕਰੋ ਆਪਾਂ ਖੜੇ ਹੋਏ ਆ ਇਸ ਤਰ੍ਹਾਂ ਨਾਲ, ਇਹ ਸਾਡਾ ਰਾਈਟ ਹੈਂਡ ਹੋ ਗਿਆ, ਸਾਡਾ ਲੈਫਟ ਹੈਂਡ ਹੋ ਗਿਆ। ਠੀਕ ਹੈ ਜੀ। ਇਹਦਾ ਮਤਲਬ ਕੀ ਹੈ ਜ਼ੀਰੋਜ਼ ਟੂ ਦੀ ਰਾਈਟ ਆਫ ਦੀ ਡੈਸੀਮਲ ਪੁਆਇੰਟ ਐਂਡ ਟੂ ਦੀ ਲੈਫਟ ਆਫ ए नॉन जीरो डिजिट। ये अपने को केड़ा डिजिट है नॉन जीरो। ਡੈਸੀਮਲ ਪੁਆਇੰਟ ਦੇ ਸੱਜੇ ਹੱਥ ਤੇ ਨॉन जीरो डिजिट ਦੇ ਖੱਬੇ ਹੱਥ ਜਿੰਨੀਆਂ ਵੀ ਜ਼ੀਰੋਜ਼ ਹੋਣਗੀਆਂ ਉਹ ਆਪਣੇ ਵਾਸਤੇ ਕੀ ਹੈ ਨਾਟ ਸਿਗਨੀਫੀਕੈਂਟ। ਠੀਕ ਹੈ ਜੀ। ਕਲੀਅਰ ਹੋਇਆ ਕਿ ਨਹੀਂ ਹੋਇਆ? ਦੁਬਾਰਾ ਦੇਖੋ 0.0006 ਡੈਸੀਮਲ ਪੁਆਇੰਟ ਦੇ ਸੱਜੇ ਹੱਥ ਕਿੰਨੀਆਂ ਜ਼ੀਰੋ ਹੈ 1 2 3, ਬਟ ਨॉन जीरो डिजिट ਦੇ ਖੱਬੇ ਹੱਥ ਕਿੰਨੀਆਂ ਇਹ ਵਾਲੀਆਂ, ਇਹ ਸਾਡੇ ਵਾਸਤੇ ਕੀ ਹੈ ਨਾਟ ਸਿਗਨੀਫੀਕੈਂਟ। ਠੀਕ ਹੈ ਜੀ। ਇਹ ਤੋਂ ਦੇਖ ਕੇ ਤੁਸੀਂ ਡੈਫੀਨੇਸ਼ਨ ਬਣਾ ਸਕਦੇ ਹੋ ਡੈਸੀਮਲ ਪੁਆਇੰਟ ਦੇ ਖੱਬੇ ਹੱਥ, ਠੀਕ ਹੈ ਜੀ ਸੱਜੇ ਹੱਥ ਸੌਰੀ। ਸੋ ਆਪਾਂ ਕਿਹਾ ਇਨ ਅ ਨੰਬਰ ਲੈਸ देन 1 0 पॉइंट है ना बेटे। ठीक है जी। zeros to the right of the decimal point, right of the decimal point and to the left of the non-zero digit are not significant, ਇਹਦਾ ਮਤਲਬ ਇੱਥੇ ਇਸ ਕੇਸ ਦੇ ਵਿੱਚ 0.006 ਸਿਗਨੀਫੀਕੈਂਟ ਫਿਗਰ ਕਿੰਨੀ ਹੈ ਬੇਟੇ 1। ਸਿਗਨੀਫੀਕੈਂਟ ਫਿਗਰਸ ਕਿੰਨੀ ਆਪਣੇ ਕੋਲੇ 1। ਇਹ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ ਜੀ? ਠੀਕ ਹੈ ਜੀ। ਇਹ ਪੁਆਇੰਟ ਕਲੀਅਰ ਹੋ ਗਿਆ ਜੀ। ਨੈਕਸਟ ਦੇਖੋ ਕਿਸੇ ਵੀ ਸਿਗਨੀਫੀਕੈਂਟ ਫਿਗਰ ਦੇ ਵਿੱਚ ਜਿਹੜੇ ਡੈਸੀਮਲ ਪੁਆਇੰਟ ਦੇ ਰਾਈਟ ਹੈਂਡ ਸਾਈਡ ਦੇ ਉੱਪਰ ਜਿਹੜੀਆਂ ਆਪਣੇ ਕੋਲ ਜ਼ੀਰੋਜ਼ ਹੈ ਉਹ ਸਿਗਨੀਫੀਕੈਂਟ ਹੋਣਗੀਆਂ ਜੇਕਰ ਆਪਣੇ ਕੋਲ ਕੀ ਹੈ ਦੇ ਆਰ ਨਾਟ ਫੋਲੋਡ ਬਾਈ ਨॉन जीरो डिजिट। ਪਹਿਲਾਂ ਆਪਾਂ ਲਿਖਾਂਗੇ ਉਸੇ ਤਰ੍ਹਾਂ ਨਾਲ ਫਿਰ ਆਪਾਂ ਉਹਨੂੰ ਸਮਝਾਂਗੇ। ਮੰਨ ਲਓ ਆਪਾਂ ਲਿਖਿਆ 50.00। ਇਹਦਾ ਮਤਲਬ ਕੀ ਹੈ ਡੈਸੀਮਲ ਪੁਆਇੰਟ ਦੇ ਰਾਈਟ ਹੈਂਡ ਸਾਈਡ ਦੇ ਉੱਪਰ ਜਿਹੜੀਆਂ ਜ਼ੀਰੋਜ਼ ਹੈ ਠੀਕ ਹੈ ਜੀ ਇਫ ਦੇ ਆਰ ਨਾਟ ਫੋਲੋਡ ਬਾਈ ਅ ਨॉन जीरो डिजिट। ਕਹਿਣ ਦਾ ਮਤਲਬ ਇੱਥੇ ਕੋਈ ਵੀ नॉन जीरो डिजिट ਨਹੀਂ ਹੈਗਾ ਤਾਂ ਇਹ ਸਾਡੇ ਵਾਸਤੇ ਕੀ ਹੋਣਗੀਆਂ ਸਿਗਨੀਫੀਕੈਂਟ। ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? ਸੋ ਆਪਾਂ ਕਿਹਾ in the figure all the zeros to the right of the decimal point, to the right of the decimal point are significant if these zeros
are not followed by a non-zero digit। ठीक है जी, मान लो आप लिखिया 30.00, तो अपने को इतने सिग्निफिकेंट फिगर्स कितनी हो गई बेटे 4, 1 2 3 4। क्लियर होया कि नहीं होया जी? ठीक है जी, ये पॉइंट क्लियर हो गया कि नहीं हो गया जी? हाँ जी, ये अपने वास्ते की बन जाएगियाँ, सिग्निफिकेंट बन जाएगियाँ जेकर एक आधे नाल फॉलो नहीं होंदियाँ, जेकर नॉन जीरो डिजिट इस तो बाद फॉलो नहीं करता। ठीक है जी, ये पॉइंट क्लियर हो गया कि नहीं हो गया जी? ठीक है जी, उस तरह नाल जिवें आपां इसे नूं लिखीए 0.07800, इस केस च दसो बेटे सिग्निफिकेंट फिगर्स कितनियां होंगियां? देखो डेसीमल पॉइंट दे राइट हैंड साइड ते नॉन जीरो डिजिट दे लैफ्ट हैंड साइड ते जिहड़ी जीरो तो सिग्निफिकेंट है ही नहीं। ठीक है जी, बट जिहड़ियां लास्ट ते जीरोज है वो नॉन जीरो डिजिट बाद च फॉलो नहीं हो रहा, इसलिए इत्थे अपने कोल कितनी है 1 2 3 4 सिग्निफिकेंट फिगर्स। ये पॉइंट अपने को क्लियर हो गया कि नहीं हो गया जी? ठीक है जी, उस तरह अपने को कोई नंबर दिता होया है, मान लो नैक्सट रूल अपने को की कहता है 5th, कोई नंबर दिता अपने को जो मान लो 3030, तो इहदे सिग्निफिकेंट फिगर्स कितनियां होणगियां? जिहड़ी लास्ट जीरो है, ठीक है जी, जिहड़ी लास्ट जीरो है वो साडे वास्ते सिग्निफिकेंट नहीं हैगी। देखो बेटे इस केस ते इस केस दे विच कन्फ्यूज नहीं होना है, इस डेसीमल पार्ट की गल कीती सी इत्थे आपां, राइट ऑफ द डेसीमल पॉइंट। आ देखो इत्थे आपां किहदी गल कीती सी? डेसीमल पॉइंट की गल कीती सी। 4 नंबर दे विच असीं डेसीमल पॉइंट की गल कीती सी, 5 नंबर दे विच आपां इन जनरल गल कर रहे हैं डेसीमल पॉइंट तो बिना। इहदा मतलब लास्ट जीरो है जिहड़ी वो साडे वास्ते की है नॉट सिग्निफिकेंट। इहदा मतलब इत्थे नंबर ऑफ सिग्निफिकेंट फिगर्स कितनियां होणगियां 3। सो आपां इहनूं किवें लिख सकते हैं? इन अ फिगर, ठीक है जी, द लास्ट जीरो टू द राइट, एक्सट्रीम राइट, ठीक है जी, एक्सट्रीम राइट ऑफ अ फिगर इज नॉट सिग्निफिकेंट। साढ़े वास्ते सिग्निफिकेंट है नहीं। ठीक है जी, इहदा मतलब तो सानू मौजां लग गई। जे असी किसी का 3000 रुपीज़ है जोड़ा वापस करना है तो आपां की करांगे, उनकी थां ते 3 रुपए वापस करके आपदा जोड़ा खड़ा छड़ा लांगे? नो। उस पॉइंट ते इस पॉइंट दे विच देखो एक डिस्टिंक्शन होर हैगी है। जे अपने कोल की कहंदा जेकर सेम आपां अप्लाई करिए भी जीरोज टू द एक्सट्रीम राइट ऑफ ए डिजिट, ठीक है जी, बिकम सिग्निफिकेंट इफ दे केम फ्रॉम अ मेजरमेंट। ठीक है जी, ऊपर वाली लाइन आप सारी दोबारा लिखिए। इन अ फिगर द लास्ट जीरोज टू द एक्सट्रीम राइट, टू द एक्सट्रीम राइट of a extreme right of a figure, वैसे आप लिख लिया पहला है, extreme right becomes significant if figure belongs to a measurement। कहने का मतलब समझो इस गल ध्यान नाल। मान लो अपने को लिखा हुआ है 300 नाल अपने को लिखा हुआ है रुपीज़, की लिखा हुआ है रुपीज़, तो आ जीरो अपने को की होणगियां सिग्निफिकेंट होणगियां, तो सिग्निफिकेंट फिगर कितने हो गए 4। तो जे जनरल अपने को लिखा हुआ है 300 फिर सिग्निफिकेंट फिगर कितनी है फिर 1, फिर सिग्निफिकेंट फिगर अपने को कितनी है 1। ठीक है जी, ठीक है जी, ਇਹਦਾ ਮਤਲਬ ਜੇਕਰ ਅਸੀਂ ਇਸ ਪੁਆਇੰਟ ਨੂੰ ਦੁਬਾਰਾ ਸਮਰਾਈਜ਼ ਕਰੀਏ
ਇਹਨੂੰ ਆਪਾਂ ਧਿਆਨ ਨਾਲ ਦੇਖੀਏ, ਥੋੜਾ ਜਿਹਾ ਇਹਨੂੰ ਰਿਵਾਈਜ਼ ਕਰੀਏ। ਠੀਕ ਹੈ ਜੀ, ਆਲਮੋਸਟ ਆਪਣੇ ਕੋਲ ਸਿਗਨੀਫੀਕੈਂਟ ਫਿਗਰ ਦੇ ਰੂਲ ਹੈ ਜਿਹੜੇ ਖਤਮ ਹੋ ਗਏ। ਹੁਣ ਆਪਾਂ ਇਸੇ ਚੀਜ਼ ਨੂੰ ਜਿਹੜੀ ਦੇਖੀ, ਆਪਣੇ ਕੋਲ ਆਹ ਚੀਜ਼ ਹੈ 30.00, ਠੀਕ ਹੈ ਜੀ, 30.005, ਠੀਕ ਹੈ, 0.005, ਠੀਕ ਹੈ ਜੀ, 30 ਸੈਂਟੀਮੀਟਰ, 30 ਸੈਂਟੀਮੀਟਰ। ਇੱਕ ਕੇਸ ਆਪਾਂ ਹੋਰ ਲਿਖ ਲੈਂਦੇ ਹਾਂ 505, ਠੀਕ ਹੈ। ਇਹ ਸਾਰੇ ਕੇਸਿਸ ਦੇ ਵਿੱਚ ਦੇਖੀਏ ਆਪਾਂ ਸਿਗਨੀਫੀਕੈਂਟ ਫਿਗਰਸ ਕਿੰਨੀਆਂ ਹੋਣਗੀਆਂ ਆਪਣੇ ਕੋਲ। ਦੇਖੋ ਬੇਟੇ, ਇਸ ਕੇਸ ਦੇ ਵਿੱਚ ਆਪਣੇ ਕੋਲ ਸਿਗਨੀਫੀਕੈਂਟ ਫਿਗਰ 3 ਹੈ। ਕਿਉਂ 3 ਹੈ? ਕਿਉਂਕਿ ਨੌਨ ਜ਼ੀਰੋ ਡਿਜਿਟ ਦੇ ਵਿਚਕਾਰ ਜ਼ੀਰੋ ਆਈ, ਜਿਹੜੀ ਵੈਲਿਊ ਆਈ ਹੈ, ਇਸ ਕਰਕੇ ਆਪਣੇ ਕੋਲ ਕੀ ਹੈ, ਸਿਗਨੀਫੀਕੈਂਟ। ਇਸ ਕੇਸ ਦੇ ਵਿੱਚ ਕੀ ਹੈ, ਐਕਸਟ੍ਰੀਮ ਰਾਈਟ ਤੇ ਜਿਹੜਾ ਆਪਣੇ ਕੋਲ ਕੀ ਹੈ ਉਹ ਸਿਗਨੀਫੀਕੈਂਟ ਨਹੀਂ ਹੁੰਦਾ, ਇਸ ਲਈ ਇੱਥੇ ਸਿਗਨੀਫੀਕੈਂਟ ਫਿਗਰ ਕਿੰਨੀ ਹੈ 1। ਪਰ ਡੈਸੀਮਲ ਪਾਰਟ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਆ 2 ਜ਼ੀਰੋ ਸਿਗਨੀਫੀਕੈਂਟ ਬਣ ਜਾਂਦੀਆਂ ਜੇਕਰ ਇਹ ਨੌਨ ਜ਼ੀਰੋ ਡਿਜਿਟ ਨਾਲ ਫੋਲੋ ਨਹੀਂ ਹੁੰਦੀਆਂ। ਇਹਦਾ ਮਤਲਬ ਇੱਥੇ ਸਿਗਨੀਫੀਕੈਂਟ ਫਿਗਰ ਕੀ ਹੈ 4। ਇਸ ਕੇਸ ਦੇ ਵਿੱਚ ਕੀ ਹੈ, ਠੀਕ ਹੈ, ਜਿਹੜੀਆਂ ਜ਼ੀਰੋ ਹੈ, ਜਿਹੜੀ ਐਕਸਟ੍ਰੀਮ ਰਾਈਟ ਤੇ ਆਪਣੇ ਕੋਲ ਡੈਸੀਮਲ ਪਾਰਟ ਦੀ ਗੱਲ ਹੈ ਇਹ, ਠੀਕ ਹੈ ਜੀ। ਇਸ ਕੇਸ 'ਚ ਆਪਣੇ ਕੋਲ ਕਿੰਨੀਆਂ ਹੋ ਗਈਆਂ 1 2 3 4 5। ਇਸ ਕੇਸ 'ਚ ਆਪਣੇ ਕੋਲ ਕਿੰਨੀਆਂ ਹੋ ਗਈਆਂ ਬੇਟੇ, ਇਹ ਨੰਬਰ ਲੈਸ ਦੈਨ 1 ਹੈ, ਆਹ ਜ਼ੀਰੋ ਆਪਣੇ ਕੋਲ ਸਿਗਨੀਫੀਕੈਂਟ ਨਹੀਂ ਹੈਗੀਆਂ। ਇਸ ਕੇਸ 'ਚ ਕਿੰਨੀਆਂ ਹੋ ਗਈਆਂ 1। ਇਹ ਮੈਜਰਮੈਂਟ ਤੋਂ ਆਇਆ ਬੇਟੇ। ਇਸ ਕੇਸ 'ਚ ਕਿੰਨੀਆਂ ਹੋ ਗਈਆਂ 2, ਠੀਕ ਹੈ ਜੀ। ਸੋ ਸਿਗਨੀਫੀਕੈਂਟ ਫਿਗਰ ਦੇ ਜਿਹੜੇ ਰੂਲ ਹੈ ਸਾਰੇ, ਉਹਨੂੰ ਚੰਗੀ ਤਰ੍ਹਾਂ ਨਾਲ ਕੀ ਕਰ ਲੈਣਾ, ਧਿਆਨ ਦੇ ਨਾਲ ਹੈ ਜਿਹੜਾ ਉਹ ਰਿਵਾਈਜ਼ ਕਰ ਲੈਣਾ। ਉਸ ਤੋਂ ਬਾਅਦ ਜਿਹੜੀਆਂ ਇਹਦੀਆਂ ਐਗਜ਼ਾਮਪਲਸ ਹੈ ਉਹ ਆਪਾਂ ਕਰਕੇ ਦੇਖ ਲੈਣੀਆਂ, ਠੀਕ ਹੈ ਜੀ, ਠੀਕ ਹੈ ਜੀ। ਲਓ ਚਲੋ ਇੰਨਾ ਹੀ ਕਰਦੇ ਹਾਂ ਬੇਟੇ ਅੱਜ ਆਪਾਂ। ਉਮੀਦ ਕਰਦਾ ਹਾਂ ਕਿ ਜਿਹੜਾ ਸਿਗਨੀਫੀਕੈਂਟ ਫਿਗਰ ਦਾ ਟੌਪਿਕ ਅੱਜ ਤੁਹਾਨੂੰ ਕਰਵਾਇਆ ਗਿਆ ਉਹਦੇ ਬਾਰੇ ਤੁਹਾਨੂੰ ਸਮਝ ਲੱਗ ਗਈ ਹੋਵੇਗੀ, ਠੀਕ ਹੈ ਜੀ। ਸਿਗਨੀਫੀਕੈਂਟ ਫਿਗਰ ਦੇ ਰੂਲ ਨੂੰ ਵਾਰੀ-ਵਾਰੀ ਹੈ ਜਿਹੜਾ ਰਿਵਾਈਜ਼ ਕਰੋ। ਰਿਵਾਈਜ਼ ਕਰਨ ਤੋਂ ਬਾਅਦ ਜਿਹੜੀਆਂ ਐਗਜ਼ਾਮਪਲਸ ਆ, ਠੀਕ ਹੈ, ਜਿਹੜੀਆਂ ਤੁਸੀਂ ਉਹ ਕੀ ਕਰ ਸਕਦੇ ਹੋ, ਉਹਨਾਂ ਨੂੰ ਸੋਲਵ ਕਰ ਸਕਦੇ ਹੋ। ਨੈੱਟ ਦੇ ਉੱਪਰ ਤੁਹਾਨੂੰ ਬੜੀਆਂ ਜਿਹੜੀਆਂ ਸਿਗਨੀਫੀਕੈਂਟ ਫਿਗਰ ਨਾਲ ਰਿਲੇਟਡ ਜਿਹੜੀਆਂ ਐਗਜ਼ਾਮਪਲਸ ਆ ਜਿਹੜੀਆਂ ਮਿਲ ਜਾਣਗੀਆਂ, ਉਹਨਾਂ ਦੀ ਤੁਸੀਂ ਪ੍ਰੈਕਟਿਸ ਕਰ ਸਕਦੇ ਹੋ, ਠੀਕ ਹੈ ਜੀ। ਥੈਂਕਸ ਐਂਡ ਹੈਵ ਅ ਨਾਈਸ ਡੇ।